ਪ੍ਰੋਗਰਾਮ ਰਣਜੀਤ ਨਗਾਰਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਲੇ ਕਾਨੂੰਨਾਂ ਦੇ ਮਸਲੇ ਉੱਤੇ ਦਿਨੋਂ ਦਿਨ ਸਥਿਤੀ ਜਿਹੜੀ ਆ ਉਹ ਬੜੀ ਅਜੀਬੋ ਗਰੀਬ ਜੀ ਬਣਦੀ ਜਾ ਰਹੀ ਆ, ਜਿਹਦੇ ਵਿੱਚ ਹਰੇਕ ਬੰਦਾ ਆਪਦੇ ਨਜ਼ਰੀਏ ਤੋਂ ਗੱਲ ਨੂੰ ਦੇਖ ਰਿਹਾ ਤੇ ਹਰੇਕ ਆਪਦੇ ਅੱਟੇ ਸੱਟੇ ਲਾ ਰਿਹਾ ਤੇ ਗੱਲ ਕਿਸੇ ਦੇ ਸਮਝ ਨਹੀਂ ਆਉਂਦੀ ਕਿ ਬਣੇਗਾ ਕੀ। ਜਿਸ ਤਰੀਕੇ ਦਾ ਸਟੈਂਡ ਭਗਵੇਂ ਬ੍ਰਿਗੇਡ ਨੇ, ਮੋਦੀ ਸਰਕਾਰ ਨੇ ਲਿਆ ਹੋਇਆ ਕਿ ਇਸ ਕਾਨੂੰਨ ਵਿੱਚ ਕੋਈ ਸੋਧ ਸਾਧ ਤਾਂ ਕੀਤੀ ਜਾ ਸਕਦੀ ਆ, ਪਰ ਅਸੀਂ ਇਹਨੂੰ ਰੱਦ ਰੁੱਦ ਨਹੀਂ ਕਰਨਾ। ਤੇ ਦੂਜੇ ਪਾਸੇ ਇਸ ਕਾਨੂੰਨ ਦੀ ਜਾਂ ਇਹਨਾਂ ਕਾਨੂੰਨਾਂ ਦੀ ਜਿਹੜੀ ਖਤਰਨਾਕਤਾ ਵਾ ਉਹਦੇ ਮੱਦੇ ਨਜ਼ਰ ਲੋਕਾਂ ਦਾ ਇਹ ਕਹਿਣਾ ਹੈ ਕਿ ਇਹ ਕਾਨੂੰਨ ਰੱਦ ਕਰਾਏ ਬਗੈਰ ਸਾਡਾ ਸਰਦਾ ਨਹੀਂ। ਹੁਣ ਜਦੋਂ ਇਸ ਤਰੀਕੇ ਨਾਲ ਦੋਨੇ ਧਿਰਾਂ ਦਾ ਫਸਵਾਂ ਜਿਹੜਾ ਮੁਕਾਬਲਾ, ਫਸਵਾਂ ਮੈਚ ਹੋ ਗਿਆ, ਤਾਂ ਵਿਚਾਲੇ ਫਿਰ ਸੁਪਰੀਮ ਕੋਰਟ ਨੇ ਫਾਨਾ ਠੋਕਤਾ ਲਿਆ ਕੇ ਕਿ ਜਿਹੜਾ ਅਗਲੇ ਹੁਕਮਾਂ ਤੱਕ ਖੇਤੀ ਕਾਨੂੰਨਾਂ ਤੇ ਰੋਕ ਲਾਈ ਜਾਂਦੀ ਆ ਤੇ 4 ਮੈਂਬਰੀ ਇੱਕ ਟੀਮ ਜੀ ਬਣਾਤੀ। ਉਹ ਟੀਮ ਸਾਰੀ ਦੀ ਸਾਰੀ ਉਹਨਾਂ ਬੰਦਿਆਂ ਦੀ ਬਣਾਈ ਗਈ ਜਿਹੜੀ ਮੋਦੀ ਸਰਕਾਰ ਦੇ ਹੱਕ ਵਿੱਚ ਆ, ਕਾਲੇ ਕਾਨੂੰਨਾਂ ਦੇ ਹੱਕ ਵਿੱਚ। ਤੇ ਉਹਦੇ ਕਰਕੇ ਕੰਮ ਜਿਹੜਾ ਹੈਗਾ ਹੋਰ ਵੀ ਔਖਾ ਜਿਹਾ ਹੋ ਗਿਆ ਤੇ ਇਸ ਸੁਪਰੀਮ ਕੋਰਟ ਵੱਲੋਂ ਜਿਹੜਾ ਹੱਲ ਸੁਝਾਇਆ ਜਾ ਰਿਹਾ ਸੀ ਜਾਂ ਕੋਈ ਹੱਲ ਬਣ ਸਕਦਾ ਸੀ, ਉਹ ਵੀ ਸ਼ੰਕਾ ਵਿੱਚ ਆ ਗਿਆ। ਵੈਸੇ ਤਾਂ ਪਹਿਲਾਂ ਹੀ ਜਿਹੜਾ ਇਹ ਅੰਦੋਲਨ ਆ, ਇਹ ਸੰਘਰਸ਼ ਵਾ, ਇਹਦੇ ਜਿਹੜੇ ਆਗੂ ਸੱਜਣ ਨੇ ਉਹ ਬਿਲਕੁਲ ਨਹੀਂ ਚਾਹੁੰਦੇ ਸੀ ਕਿ ਅਸੀਂ ਅਦਾਲਤ ਵਿੱਚ ਜਾਈਏ, ਕਿਉਂਕਿ ਕਾਨੂੰਨ ਬਣਾਇਆ ਪਾਰਲੀਮੈਂਟ ਨੇ ਤੇ ਪਾਰਲੀਮੈਂਟ ਵਿੱਚ ਹੀ ਰੱਦ ਹੋ ਜਾਣ। ਪਰ ਜਿਹੜਾ ਮੋਦੀ ਸਰਕਾਰ ਦਾ ਰਵੱਈਆ, ਉਹ ਕਿਉਂਕਿ ਕਾਨੂੰਨਾਂ ਨੂੰ ਜਿਉਂ ਦਾ ਤਿਉਂ ਰੱਖਣ ਜਾਂ ਸੋਧਾਂ ਸਾਧਾਂ ਕਰਵਾ ਕੇ ਇਸ ਕਾਨੂੰਨ ਨੂੰ ਚਾਲੂ ਰੱਖਣ ਦੇ ਹੱਕ ਵਿੱਚ ਨੇ। ਇਸ ਕਰਕੇ ਉਹਨਾਂ ਨੇ ਪਿਛਲੀ ਮੀਟਿੰਗ ਵਿੱਚ ਵੀ ਕਹਿਤਾ ਸੀ ਕਿ 11 ਤਰੀਕ ਵਾਲੀ ਜਿਹੜੀ ਸੁਪਰੀਮ ਕੋਰਟ ਦੀ ਸੁਣਵਾਈ ਆ ਉਹਦੇ ਉੱਤੇ ਦੇਖਦੇ ਆ। ਤੋ ਸੁਪਰੀਮ ਕੋਰਟ ਦੇ ਵਿੱਚ ਜੋ ਕੁਝ ਵਾਪਰਿਆ ਉਹ ਕਾਲੇ ਕਾਨੂੰਨਾਂ ਦੇ ਖਿਲਾਫ ਲੜ ਰਹੇ ਲੋਕਾਂ ਲਈ ਕੋਈ ਚੰਗਾ ਸੁਨੇਹਾ ਲੈ ਕੇ ਨਹੀਂ ਆਇਆ। ਤੇ ਇਸ ਮਾਹੌਲ ਦੇ ਵਿੱਚ ਤਲਖੀ ਵਧਣੀ, ਇਸ ਮਾਹੌਲ ਦੇ ਵਿੱਚ ਸੰਘਰਸ਼ੀਲ ਧਿਰਾਂ ਦੇ ਵਿੱਚ ਥੋੜ੍ਹੀ ਜਿਹੀ ਗਰਮੀ ਆਉਣੀ ਸੁਭਾਵਿਕ। ਤੇ ਉਹਦਾ ਰਿਜ਼ਲਟ ਇਹ ਹੈ ਕਿ ਜਿਹੜੇ ਇਹ ਫੈਸਲੇ ਆ ਸੁਪਰੀਮ ਕੋਰਟ ਦੇ, ਉਹਨਾਂ ਦੀ ਬੜੀ ਤਲਖੀ ਦੇ ਵਿੱਚ ਵਿਰੋਧਤਾ ਜਿਹੜੀ ਆ ਹੋ ਰਹੀ ਆ। ਖਾਸ ਤੌਰ ਦੇ ਉੱਤੇ ਜਿਹੜੀ ਜੱਜ ਸਾਹਿਬ ਦੇ ਬਾਰੇ ਗੱਲ ਚੱਲੀ, ਕਿਉਂਕਿ ਇਦੋਂ ਪਹਿਲਾਂ ਇੱਕ ਰੰਜਨ ਗਗੋਈ ਨਾਂ ਦੇ ਸੁਪਰੀਮ ਕੋਰਟ ਦੇ ਜੱਜ ਨੇ ਪਹਿਲਾਂ ਸੀਟ ਉੱਤੇ ਬੈਠਿਆਂ ਇਹੋ ਜਿਹੇ ਫੈਸਲੇ ਕੀਤੇ ਜਿਹਦੇ ਨਾਲ ਬੀਜੇਪੀ ਨੂੰ, ਆਰਐਸਐਸ ਨੂੰ, ਭਗਵੇਂ ਬ੍ਰਿਗੇਡ ਨੂੰ ਲਾਹੇ ਮਿਲਦੇ ਰਹੇ। ਤੇ ਜਦੋਂ ਉਹ ਰਿਟਾਇਰ ਹੋਇਆ ਤਾਂ ਉਹਨੂੰ ਪਾਰਲੀਮੈਂਟ ਦੇ ਵਿੱਚ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਗਿਆ। ਤੇ ਹੁਣ ਵੀ ਲੋਕਾਂ ਦੇ ਵਿੱਚ ਇਹੀ ਖਦਸ਼ਾ ਹੈ ਕਿ ਜਿਹੜਾ ਜੱਜ ਇਹ ਕਾਲੇ ਕਾਨੂੰਨਾਂ ਵਾਲਾ ਕੇਸ ਸੁਣੇਗਾ ਜਾਂ ਜਿਹੜਾ ਸੁਣ ਰਿਹਾ ਵਾ ਉਹਦਾ ਕੋਈ ਨੇੜਲਾ ਸੱਜਣ ਪ੍ਰਭਾਵਿਤ ਵੀ ਕਰ ਸਕਦਾ ਬਈ ਉਹ ਬੀਜੇਪੀ, ਆਰਐਸਐਸ, ਭਗਵੇਂ ਬ੍ਰਿਗੇਡ ਨੂੰ ਖੁਸ਼ ਕਰਨ ਦੇ ਲਈ, ਕਿਉਂਕਿ ਅੱਗੇ ਪਹਿਲਾਂ ਇਸ ਤੋਂ ਵਾਪਰ ਚੁੱਕੀ ਗੱਲ ਆ, ਲੋਕਾਂ ਕੋਲੇ ਉਹ ਆਪਦੀ ਗੱਲ ਕਹਿਣ ਦੇ ਲਈ ਉਹਨਾਂ ਕੋਲੇ ਇਹ ਸਬੂਤ ਹੈ ਕਿ ਰੰਜਨ ਗਗੋਈ ਵਾਂਗੂ ਗਾਂ ਵੀ ਕਿਸੇ ਜੱਜ ਨੇ ਪਾਰਲੀਮੈਂਟ ਦਾ ਜੇ ਮੈਂਬਰ ਬਣਨਾ ਹੋਵੇ ਤਾਂ ਇਸ ਮੌਕੇ ਉਹ ਇਸ ਭਗਵੇਂ ਬ੍ਰਿਗੇਡ ਦਾ ਪੱਖ ਪੂਰ ਸਕਦਾ। ਸੋ ਜਦੋਂ ਇਹ ਚਰਚਾ ਆਈ ਤਾਂ ਸੋਸ਼ਲ ਮੀਡੀਆ ਦੇ ਉੱਤੇ ਨਾਲ ਦੀ ਨਾਲ ਸੁਪਰੀਮ ਕੋਰਟ ਦੇ ਬਾਰੇ ਗੱਲ, ਜੱਜ ਦੇ ਬਾਰੇ ਚੱਲੀ ਕਿ ਰਿਟਾਇਰ ਤਾਂ ਉਹਨੇ ਵੀ ਕਹਿੰਦੇ ਅਪ੍ਰੈਲ 'ਚ ਹੋ ਜਾਣਾ, ਤੇ ਅਪ੍ਰੈਲ ਦੇ ਵਿੱਚ ਰਿਟਾਇਰ ਹੋਣ ਤੋਂ ਪਹਿਲਾਂ ਕੋਈ ਨਾ ਕੋਈ ਇਹੋ ਜਿਹਾ ਫੈਸਲਾ ਜਿਹਦੇ ਨਾਲ ਬੀਜੇਪੀ ਵਾਲੇ ਨਿਹਾਲ ਹੋ ਜਾਣ ਉਹ ਕਰ ਸਕਦਾ। ਤੇ ਸਾਫ਼ ਜੀ ਗੱਲ ਆ ਕਿ ਸੁਪਰੀਮ ਕੋਰਟ ਦੇ ਵਿੱਚ ਹੋਏ ਫੈਸਲੇ ਜਿਹੜੇ ਨੇ ਇਸ ਕਾਲੇ ਕਾਨੂੰਨ ਦੇ ਬਾਰੇ, ਉਹ ਦੋਨੇ ਭਗਵੇਂ ਬ੍ਰਿਗੇਡ ਦੇ ਹੱਕ ਵਿੱਚ ਜਾਂਦੇ ਆ।
ਜੇਕਰ ਹੋਲਡ ਕਰਨ ਵਾਲੀ ਗੱਲ ਆ ਤਾਂ ਜੇਕਰ ਇਸ ਹੋਲਡ ਕੀਤੇ ਤੋਂ ਬਾਅਦ ਕਾਨੂੰਨਾਂ ਨੂੰ ਉਨੇ ਟਾਈਮ ਲਈ ਅਗਲੇ ਹੁਕਮਾਂ ਤੱਕ ਰੋਕ ਲਗਾਉਣ ਨੂੰ ਜੇ ਕੋਈ ਬਹੁਤ ਹੀ ਜ਼ਿਆਦਾ ਧਿਆਨ ਨਾਲ ਦੇਖੇ ਤਾਂ ਸਾਫ਼ ਜੀ ਗੱਲ ਆ ਬਈ ਜਿੱਦਣ ਇਹ ਹੁਣ ਅੰਦੋਲਨ ਜਿਹੜਾ ਹੈ ਇਹਦੇ ਉੱਤੇ ਨੈਗੇਟਿਵ ਅਸਰ ਪਾਇਆ ਜਾ ਸਕਦਾ ਕਿ ਜੀ ਉਹ ਤਾਂ ਹੁਣ ਰੋਕ ਲਾ ਦਿੱਤੀ ਗਈ ਆ ਤੇ ਤੁਸੀਂ ਆਪਦਾ ਜਾਓ, ਤੇ ਇਹ ਤਾਂ ਕਾਨੂੰਨ ਤਾਂ ਰੋਕ ਲਾ ਕੇ ਸਸਪੈਂਡ ਕਰਕੇ ਮੁਅੱਤਲ ਕਰਕੇ ਇਸ ਤਰੀਕੇ ਦਾ ਮਾਹੌਲ ਬਣਾਇਆ ਜਾ ਸਕਦਾ ਤੇ ਜਦੋਂ ਜੀ ਕੀਤਾ ਇੱਕ ਸਕਿੰਟ ਦੇ ਵਿੱਚ ਦੁਬਾਰਾ ਉਹ ਰੋਕ ਖਤਮ ਹੋ ਸਕਦੀ ਹੈ। ਮੁਅੱਤਲ ਜਿਹੜੀ ਕੀਤੀ ਹੋਈ ਗੱਲ ਵਾ ਉਹ ਖਤਮ ਹੋ ਸਕਦੀ ਹੈ। ਪਰ ਜਿਹੜਾ ਇਸ ਮੌਕੇ ਅੰਦੋਲਨ ਸਿਖਰ ਤੇ ਗਿਆ ਹੋਇਆ ਸੀ, ਜੇਕਰ ਉਹ ਸਸਪੈਂਡ ਹੋ ਗਿਆ, ਉਹ ਹੋਲਡ ਕਰ ਲਿਆ ਵੀ ਚਲੋ ਜਿੰਨਾ ਟਾਈਮ ਕੋਈ ਹੁਣ ਦੁਬਾਰਾ ਕਾਰਵਾਈ ਨਹੀਂ ਹੁੰਦੀ ਆਪਾਂ ਵੀ ਉਨੇ ਟਾਈਮ ਲਈ ਸ਼ਾਂਤੀ ਰੱਖੋ, ਸਸਪੈਂਡ ਕਰ ਦਈਏ, ਮੁਅੱਤਲ ਕਰ ਦਈਏ, ਹੋਲਡ ਕਰ ਦਈਏ, ਜੋ ਮਰਜ਼ੀ ਅੱਖਰ ਵਰਤ ਲਈਏ ਵੀ ਇੱਕ ਵਾਰੀ ਆਪਾਂ ਇਹਨੂੰ ਉਨੇ ਟਾਈਮ ਲਈ ਅੱਗੇ ਪਾ ਦਿੰਦੇ ਆ ਅੰਦੋਲਨ ਨੂੰ। ਇਹ ਫਿਰ 1 ਮਿੰਟ 'ਚ ਖੜਾ ਨਹੀਂ ਹੋਣਾ ਹੈਗਾ, ਕਿਉਂਕਿ ਜਿਹੜਾ ਰੋਹ ਇਸ ਵੇਲੇ ਆ ਜੋ ਇਸ ਮੌਕੇ ਜਾਨ ਪਈ ਹੋਈ ਆ ਗੱਲ ਦੇ ਵਿੱਚ, ਉਹ ਉਦੋਂ ਮੁਸ਼ਕਲ ਹੋ ਜਾਣੀ। ਇੱਕ ਤਰੀਕੇ ਨਾਲ ਬੀਜੇਪੀ ਦੀ, ਆਰਐਸਐਸ ਦੀ, ਭਾਗਵੇਂ ਬ੍ਰਿਗੇਡ ਦੀ, ਮੋਦੀ ਸਰਕਾਰ ਦੀ ਇਸ ਫੈਸਲੇ ਨਾਲ ਬਹੁਤ ਵਧੀਆ ਪੋਜੀਸ਼ਨ ਬਣ ਗਈ। ਦੂਜਾ ਜਿਹੜਾ ਪੱਖ ਆ ਬਈ ਜਿਹੜੇ ਉਹ ਮੈਂਬਰ ਬਣਾਏ ਗਏ ਨੇ ਇਸ ਕਮੇਟੀ ਦੇ, ਉਸ ਚਾਰੇ ਦੇ ਚਾਰੇ ਮੈਂਬਰ ਜਿਹੜੇ ਨੇ ਉਹ ਨੇ ਜਿਨ੍ਹਾਂ ਬਾਰੇ ਪਹਿਲਾਂ ਹੀ ਪਤਾ ਕਿ ਉਹ ਇਹਨਾਂ ਕਾਲੇ ਕਾਨੂੰਨਾਂ ਦੇ ਹਮਾਇਤੀ ਆ। ਅੱਜ ਇੱਕ ਮੈਂਬਰ ਨੇ ਤਾਂ ਅਸਤੀਫਾ ਦੇ ਦਿੱਤਾ ਹੈਗਾ, ਜਿਹੜੀ ਭੁਪਿੰਦਰ ਸਿੰਘ ਮਾਨ, ਉਹਨਾਂ ਨੇ ਇਹ ਅਸਤੀਫਾ ਦੇ ਦਿੱਤਾ ਹੈਗਾ ਤੇ ਉਹਨਾਂ ਨੇ ਜਿਹੜੀ ਲਿਖ ਕੇ ਗੱਲਬਾਤ ਕਹੀ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਕਿਸਾਨ ਅਤੇ ਯੂਨੀਅਨ ਲੀਡਰ ਹੋਣ ਦੇ ਨਾਤੇ ਮੈਂ ਕਿਸਾਨਾਂ ਅਤੇ ਆਮ ਲੋਕਾਂ ਦੀਆਂ ਭਾਵਨਾਵਾਂ ਅਤੇ ਖਦਸ਼ਿਆਂ ਦੇ ਧਿਆਨ ਹਿੱਤ ਕਿਸੇ ਵੀ ਅਹੁਦੇ ਨੂੰ ਕੁਰਬਾਨ ਕਰ ਸਕਦਾ ਹਾਂ, ਪਰ ਪੰਜਾਬ ਅਤੇ ਕਿਸਾਨਾਂ ਦੇ ਹਿੱਤਾਂ ਲਈ ਸਮਝੌਤਾ ਨਹੀਂ ਕਰ ਸਕਦਾ। ਮੈਂ ਆਪਣੇ ਆਪ ਨੂੰ ਕਮੇਟੀ ਤੋਂ ਵੱਖ ਕਰਦਾ ਹਾਂ ਤੇ ਆਪਣੇ ਕਿਸਾਨਾਂ ਅਤੇ ਪੰਜਾਬ ਨਾਲ ਖੜਾ ਹਾਂ। ਭੁਪਿੰਦਰ ਸਿੰਘ ਮਾਨ, ਭਾਰਤੀ ਕਿਸਾਨ ਯੂਨੀਅਨ ਆਗੂ। ਪਿਛਲੇ 2 ਦਿਨ ਤੋਂ ਸੁਪਰੀਮ ਕੋਰਟ ਦੇ ਵੱਲੋਂ ਜਦੋਂ ਇਹਨਾਂ ਦਾ ਨਾਂ ਆਇਆ, ਉਦੋਂ ਤੋਂ ਬਹੁਤ ਸਾਰੀਆਂ ਗੱਲਾਂ ਇਸ ਸ਼ਖਸੀਅਤ ਦੇ ਬਾਰੇ ਪੜ੍ਹਨ ਸੁਣਨ ਨੂੰ ਮਿਲੀਆਂ ਤੇ ਇਹ ਡਰ ਸੀ ਕਿ ਇਸ ਪੱਗ ਦਾੜੇ ਵਾਲੇ ਪੰਜਾਬੀ ਬੈਕਗ੍ਰਾਉਂਡ ਵਾਲੇ ਭੁਪਿੰਦਰ ਸਿੰਘ ਮਾਨ ਦਾ ਚਿਹਰਾ ਮੋਹਰਾ ਵਰਤ ਕੇ ਕਾਲੇ ਕਾਨੂੰਨਾਂ ਦੀ ਹਮਾਇਤ ਕਰਵਾਈ ਜਾ ਸਕਦੀ ਆ। ਪਰ ਸ਼ੁਕਰ ਆ ਵਾਹਿਗੁਰੂ ਦਾ ਕਿ ਭੁਪਿੰਦਰ ਸਿੰਘ ਮਾਨ ਜਿਹੜੇ ਆ ਉਹਨਾਂ ਨੇ ਇਸ ਕਮੇਟੀ ਤੋਂ ਆਪਦੇ ਆਪ ਨੂੰ ਵੱਖ ਕਰ ਲਿਆ। ਇਹਦੇ ਬਹੁਤ ਵੱਡੇ ਅਰਥ ਬਣਦੇ ਆ। ਇਹਦੇ ਇਹ ਆ ਕਿ ਵਾਕਿਆ ਹੀ ਇਹ ਖਦਸ਼ਾ ਜਿਹੜਾ ਲੋਕਾਂ ਨੂੰ ਸੀਗਾ ਕਿ ਪੰਜਾਬ ਦੇ ਕਿਸਾਨਾਂ ਦੇ ਜਾਂ ਭਾਰਤੀ ਕਿਸਾਨਾਂ ਦੇ ਜਾਂ ਕਿਸਾਨ ਸੰਘਰਸ਼ ਦੇ ਹਿੱਤਾਂ ਦੀ ਕੁਰਬਾਨੀ ਲੈਣ ਦੇ ਲਈ ਇਹ ਕਮੇਟੀ ਬਣਾਈ ਆ, ਤੇ ਇਹ ਗੱਲ ਭੁਪਿੰਦਰ ਸਿੰਘ ਮਾਨ ਦੇ ਅਸਤੀਫੇ ਨਾਲ ਇੱਕ ਗੱਲੋਂ ਤਾਂ ਪੁਖਤਾ ਹੋ ਗਈ, ਕਿਉਂਕਿ ਹੁਣ ਜਿਹੜੇ ਬਾਕੀ ਮੈਂਬਰ ਨੇ ਉਹਨਾਂ ਲਈ ਔਖਾ ਹੋ ਗਿਆ, ਕਿਉਂਕਿ ਉਹਨਾਂ ਦੇ ਵੀ ਘਰ ਪਰਿਵਾਰ ਦੇ ਵਿੱਚ ਆਲੇ ਦੁਆਲੇ ਵਿੱਚ ਇਹ ਚਰਚਾ ਚੱਲਣੀ ਆ ਕਿ ਜੇ ਭੁਪਿੰਦਰ ਸਿੰਘ ਮਾਨ ਜਿਹੜਾ ਹੈ ਉਹਨੂੰ ਜਦੋਂ ਇਹ ਗੱਲ ਦੀ ਸਮਝ ਲੱਗੀ ਕਿ ਮੇਰੇ ਤੋਂ ਕਰਵਾਇਆ ਕੀ ਜਾਣਾ ਸਰਕਾਰ ਵੱਲੋਂ, ਉਹਨੇ ਆਪਦੇ ਆਪ ਨੂੰ ਵੱਖ ਕਰ ਲਿਆ ਵਾ, ਤਾਂ ਤੁਸੀਂ ਕਾਹਤੋਂ ਇਸ ਮੋਰਚੇ ਇਸ ਕਮੇਟੀ ਨਾਲ ਚੰਬੜੇ ਹੋਏ ਹੋ? ਤੋ ਤੁਹਾਡੇ ਬਾਰੇ ਵੀ ਤਾਂ ਦੁਨੀਆ ਇਹੀ ਕਹਿੰਦੀ ਆ, ਜੇਕਰ ਤੁਸੀਂ ਰਿਪੋਰਟ ਇਹਨਾਂ ਕਾਲੇ ਕਾਨੂੰਨਾਂ ਦੇ ਹੱਕ ਵਿੱਚ ਦਿੱਤੀ ਕਿ ਇਹ ਤਾਂ ਬੜੇ ਵਧੀਆ ਨੇ, ਤਾਂ ਫਿਰ ਜਿਹੜਾ ਖਦਸ਼ਾ ਲੋਕਾਂ ਦਾ ਉਹ ਸੱਚਾ ਹੋ ਜਾਣਾ ਤੇ ਤੁਸੀਂ ਤਾਂ ਇਹਦੇ ਪਹਿਲਾਂ ਹੀ ਲੋਕਾਂ ਦੇ ਵਿੱਚ ਹੱਕ ਵਿੱਚ ਮੰਨੇ ਜਾਂਦੇ ਹੋ। ਤੇ ਹੁਣ ਜੇ ਤੁਸੀਂ ਖਿਲਾਫ ਰਿਪੋਰਟ ਦੇਣ ਦੀ ਗੱਲ ਕਰੋ, ਖਿਲਾਫ ਤੁਸੀਂ ਦੇਣ ਜੋਗੇ ਨਹੀਂ, ਦੇਣੀ ਤੁਸੀਂ ਹੱਕ 'ਚ ਤੇ ਲੋਕਾਂ ਦੇ ਵਿੱਚ ਤੁਸੀਂ ਗਦਾਰ ਕਰਦਾਨੇ ਜਾਓਗੇ। ਇਦੋਂ ਪਹਿਲਾਂ ਤੁਹਾਡੇ ਵਿਚਾਰ ਹੋਰ ਸੀ, ਇਦੋਂ ਪਹਿਲਾਂ ਤੁਹਾਡੇ ਵਿਚਾਰਾਂ ਦੀ ਪੋਜੀਸ਼ਨ ਹੋਰ ਸੀ, ਇਦੋਂ ਪਹਿਲਾਂ ਤੁਹਾਡੇ ਵਿਚਾਰ ਜਿਹੜੇ ਸੀ ਉਹ ਆਜ਼ਾਦ ਵਿਚਾਰ ਸੀ। ਪਰ ਹੁਣ ਜਦੋਂ ਤੁਸੀਂ ਸੁਪਰੀਮ ਕੋਰਟ ਵੱਲੋਂ ਬਣਾਈ ਹੋਈ ਕਮੇਟੀ ਦੇ ਮੈਂਬਰ ਹੋਣ ਦੀ ਹੈਸੀਅਤ ਵਿੱਚ ਇਹ ਫੈਸਲਾ ਦੇਵੋਗੇ ਕਿ ਸਾਡੇ ਸਾਹਮਣੇ ਜਿਹੜਾ ਇਹ ਸਾਰਾ ਮਾਮਲਾ, ਜਿੰਨੇ ਲੋਕਾਂ ਨੂੰ ਅਸੀਂ ਮਿਲੇ ਗਲੇ ਆ ਜਾਂ ਤੱਥ ਜਿਹੜੇ ਆ, ਸਬੂਤ, ਗਵਾਹੀਆਂ, ਜੋ ਵੀ ਕੁਛ ਹੈ, ਇਹਦੇ ਆਧਾਰ ਤੇ ਅਸੀਂ ਤਾਂ ਜੀ ਇਹ ਮੰਨਦੇ ਆ ਕਿ ਇਹ ਕਾਲੇ ਕਾਨੂੰਨ ਨਹੀਂ ਹੈਗੇ, ਇਹ ਚਿੱਟੇ ਨੇ ਤੇ ਬੜੇ ਵਧੀਆ ਨੇ। ਤੇ ਜਦੋਂ ਤੁਸੀਂ ਇਹ ਰਿਪੋਰਟ ਦਿਓਗੇ ਤਾਂ ਲੋਕਾਂ ਦੇ ਵਿੱਚ ਸਦੀਆਂ ਤੱਕ
ਤੁਹਾਡੇ ਨਾਂ ਜਿਹੜੇ ਆ ਉਹ ਖਤਰਨਾਕ ਜਿਹੜੇ ਖਲਨਾਇਕ ਨੇ, ਲੋਕਾਂ ਦੇ ਗਦਾਰ ਨੇ, ਕਿ ਸਰਕਾਰਾਂ ਦੇ ਪਿੱਠੂ ਆ, ਵੀ ਉਧਰ ਗਿਣੇ ਜਾਣਗੇ। ਸੋ ਇਸ ਭੁਪਿੰਦਰ ਸਿੰਘ ਮਾਨ ਦੇ ਅਸਤੀਫੇ ਦਾ ਬਾਕੀ ਮੈਂਬਰਾਂ ਦੇ ਉੱਤੇ ਵੀ ਬਹੁਤ ਅਸਰ ਪਵੇਗਾ, ਨੈਤਿਕ ਤੌਰ ਦੇ ਉੱਤੇ ਦਬਾਅ ਵਧੇਗਾ। ਤੇ ਇਹ ਦਬਾਅ ਜਿਹੜਾ ਹੈਗਾ ਵਧਾਉਣ ਵਾਲੀ ਗੱਲ ਕੱਲੀ ਇਹੀ ਨਹੀਂ ਹੈ ਵਾਪਰੀ। ਅੱਜ ਇੱਕ ਖਬਰ ਹੋਰ ਬੜੀ ਚਰਚਾ 'ਚ ਆ ਕਿ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਆ, ਜਿਹੜੀ ਵਕੀਲਾਂ ਦੀ ਜਥੇਬੰਦੀ ਹੁੰਦੀ ਆ, ਉਹਦਾ ਜਿਹੜਾ ਪ੍ਰਧਾਨ ਆ ਸੀਨੀਅਰ ਵਕੀਲ ਦੁਸ਼ਯੰਤ ਦਵੇ, ਸੀਨੀਅਰ ਵਕੀਲ ਆ ਦੁਸ਼ਯੰਤ ਦਵੇ, ਉਹਨੇ ਆਪਦੇ ਅਸਤੀਫੇ ਤੋਂ ਆਪਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਹ ਗੱਲ ਇਸ ਕਰਕੇ ਵੀ ਅਹਿਮ ਹੈ ਕਿ ਜਿਹੜਾ ਇਹ ਦੁਸ਼ਯੰਤ ਦਵੇ ਆ, ਇਹ ਸੁਪਰੀਮ ਕੋਰਟ ਦੇ ਵਿੱਚ ਜਿੱਥੇ ਬਾਰ ਕੌਂਸਲ ਦਾ ਪ੍ਰਧਾਨ ਆ, ਹੈੱਡ ਆ, ਉੱਥੇ ਇਹ ਵਕੀਲਾਂ ਦਾ ਜਿਹੜੇ ਕਿਸਾਨ ਸੰਘਰਸ਼ ਲੜ ਰਹੇ ਆ, ਉਹਨਾਂ ਦੇ ਵੱਲੋਂ ਵਕੀਲ ਦੇ ਤੌਰ ਤੇ ਵੀ ਪੇਸ਼ ਹੁੰਦਾ ਹੈ। ਹੁਣ ਇਸ ਗੱਲ ਦੇ ਬੜੇ ਵਧੀਆ ਅਰਥ ਜਿਹੜੇ ਆ ਨਿਕਲਦੇ ਆ ਕਿ ਜਦੋਂ ਬਾਰ ਕੌਂਸਲ ਦੀਆਂ ਪ੍ਰਧਾਨਗੀਆਂ ਵਾਰੀਆਂ ਜਾ ਰਹੀਆਂ ਨੇ, ਜਦੋਂ ਭੁਪਿੰਦਰ ਸਿੰਘ ਮਾਨ ਸੁਪਰੀਮ ਕੋਰਟ ਦੇ ਵੱਲੋਂ ਬਣਾਈ ਹੋਈ ਕਮੇਟੀ ਦੇ ਮੈਂਬਰ ਦੇ ਤੌਰ ਤੇ ਅਸਤੀਫਾ ਦਿੰਦਾ ਹੈ, ਤਾਂ ਐਨ ਉਸ ਮੌਕੇ ਜਿਹੜੇ ਬਾਕੀ ਮੈਂਬਰ ਨੇ ਉਹਨਾਂ ਲਈ ਬਹੁਤ ਜ਼ਿਆਦਾ ਕਸੂਤੀ ਸਥਿਤੀ ਬਣ ਗਈ ਹੈ। ਤੇ ਇਸ ਮਾਹੌਲ ਦੇ ਵਿੱਚ ਆਮ ਬੰਦਾ ਤਾਂ ਬੜਾ ਖੁਸ਼ ਹੋਊਗਾ ਕਿ ਜੀ ਚਲੋ ਸਰਕਾਰ ਦੀ ਇਹਦੇ 'ਚ ਵੀ ਮਿੱਟੀ ਪਲੀਤ ਹੋ ਰਹੀ ਆ, ਪਰ ਜਿਹੋ ਜਿਹਾ ਹਿਸਾਬ ਕਿਤਾਬ ਪਿਛਲੇ ਦਿਨਾਂ ਦੇ ਵਿੱਚ ਭਗਵੇਂ ਬ੍ਰਿਗੇਡ ਨੇ ਦਿਖਾਇਆ, 1 ਇੰਚ ਵੀ ਉਹ ਪਿੱਛੇ ਨਹੀਂ ਹਟੇ। ਪਿਛਲੇ 6 ਮਹੀਨਿਆਂ ਤੋਂ ਸੰਘਰਸ਼ ਚੱਲ ਰਿਹਾ, ਉਹ ਅੱਜ ਵੀ ਇਸ ਗੱਲ ਦੀ ਜਿੱਦ ਫੜੀ ਬੈਠੇ ਆ ਕਿ ਅਸੀਂ ਹਰ ਹੀਲੇ ਇਹ ਜਿਹੜੇ ਕਾਲੇ ਕਾਨੂੰਨ ਨੇ ਇਹ ਲਾਗੂ ਕਰਨੇ। ਜਦੋਂ ਇਹੋ ਜਿਹੀ ਸਥਿਤੀ ਹੋਵੇ, ਇੰਨੇ ਕਸਮਕਸ਼ ਵਾਲੇ ਹਾਲਾਤ ਹੋਣ, ਉਦੋਂ ਇਸ ਗੱਲ ਦੇ ਉੱਤੇ ਤਸੱਲੀ ਤਾਂ ਹੋ ਸਕਦੀ ਆ ਕਿ ਜੀ ਦੁਸ਼ਯੰਤ ਦਵੇ ਨੇ ਜਾਂ ਭੁਪਿੰਦਰ ਸਿੰਘ ਮਾਨ ਨੇ ਬਾਕੀਆਂ ਦੇ ਲਈ ਕਿੰਨਾ ਚੰਗਾ ਮਾਹੌਲ ਬਣਾ ਦਿੱਤਾ ਸਾਡੇ ਪੱਖ ਦੇ ਵਿੱਚ। ਪਰ ਇਹ ਗੱਲ ਚੇਤੇ ਰੱਖੋ ਕਿ ਭਗਵਾਂ ਬ੍ਰਿਗੇਡ ਪਿੱਛੇ ਹਟਣ ਦੀ ਬਜਾਏ ਕੋਈ ਹੋਰ ਖਤਰਨਾਕ ਜਿਹੜਾ ਫੈਸਲਾ ਉਹ ਲੈ ਸਕਦਾ। ਹੁਣ ਮੀਟਿੰਗ ਤਾਂ 15 ਦੀ ਐਲਾਨੀ ਹੋਈ ਆ, ਕੱਲ ਦੀ ਮੀਟਿੰਗ ਹੈ, ਕਿਸਾਨ ਜਥੇਬੰਦੀਆਂ ਜਾਣਗੀਆਂ ਵੀ, ਲਾਜ਼ਮੀ ਜਾਣਾ ਵੀ ਚਾਹੀਦਾ, ਕਿਉਂਕਿ ਨਹੀਂ ਤਾਂ ਇਹ ਕਿਸਾਨ ਜਥੇਬੰਦੀਆਂ ਦੇ ਥਾਂ ਦੇ ਉੱਤੇ ਨਕਲੀ ਕਿਸਾਨ ਜਥੇਬੰਦੀਆਂ ਨੂੰ ਭੁਗਤਾ ਕੇ ਕਹਿ ਸਕਦੇ ਆ ਕਿ ਜੀ ਸਾਡੇ ਕੋਲ ਤਾਂ ਆਹ ਬੰਦੇ ਆਏ ਸੀਗੇ ਤੇ ਸਾਡੇ ਕੋਲ ਉਹਨਾਂ ਨੇ ਕਿਹਾ ਹੈਗਾ ਕਿ ਸਾਡੀ ਕਿਸਾਨ ਯੂਨੀਅਨਾਂ ਵੱਲੋਂ ਇਹਨਾਂ ਬਿੱਲਾਂ ਦੀ ਹਮਾਇਤ ਹੈ। ਸੋ ਜਾਣ ਤੋਂ, ਮੀਟਿੰਗਾਂ ਤੋਂ, ਚਾਹੇ ਉੱਥੋਂ ਕੁਛ ਨਾ ਨਿਕਲਦਾ ਹੋਵੇ, ਜਾਣ ਤੋਂ ਰੁਕਣਾ ਨਹੀਂ ਚਾਹੀਦਾ ਕਿਸਾਨ ਯੂਨੀਅਨਾਂ ਨੂੰ। ਦੂਜੀ ਗੱਲ ਆ ਜਿਹੜੀ, ਇਹ ਬਿਲਕੁਲ ਸੇਮ ਪੋਜੀਸ਼ਨ ਸੁਪਰੀਮ ਕੋਰਟ ਵੱਲੋਂ ਬਣਾਈ ਹੋਈ ਕਮੇਟੀ ਬਾਰੇ। ਚੰਗੀ ਗੱਲ ਆ ਜੇਕਰ ਨੈਤਿਕ ਪੱਖੋਂ ਭੁਪਿੰਦਰ ਸਿੰਘ ਮਾਨ ਨੇ ਅਸਤੀਫਾ ਦੇ ਦਿੱਤਾ, ਚੰਗੀ ਗੱਲ ਹੋਵੇਗੀ ਜੇਕਰ ਬਾਕੀ ਮੈਂਬਰ ਵੀ ਇਸੇ ਤਰੀਕੇ ਦਾ ਕੁਝ ਫੈਸਲਾ ਕਰ ਲੈਣ। ਪਰ ਜੇਕਰ ਸੁਪਰੀਮ ਕੋਰਟ ਜਿੱਦ ਫੜ ਲੈਂਦੀ ਆ ਤੇ ਕੋਈ ਕਮੇਟੀ ਬਣਾ ਹੀ ਦਿੱਤੀ ਜਾਂਦੀ ਆ, ਤਾਂ ਜਿਸ ਤਰੀਕੇ ਨਾਲ ਖੇਤੀ ਮੰਤਰੀ ਤੋਮਰ ਦੇ ਕੋਲ ਤੇ ਹੋਰਨਾਂ ਮੰਤਰੀਆਂ ਦੇ ਕੋਲ ਜਾ ਕੇ ਭਾਰਤੀ ਕਿਸਾਨ ਯੂਨੀਅਨਾਂ ਦੀ ਲੀਡਰਸ਼ਿਪ ਨੇ ਇਹਨਾਂ ਕਾਲੇ ਕਾਨੂੰਨਾਂ ਦੇ ਪਰਦੇ ਫਾਸ਼ ਕੀਤੇ ਆ, ਉਹਨਾਂ ਨੂੰ ਮੰਨਣਾ ਪਿਆ। ਜਿਹੜੇ ਪਹਿਲਾਂ ਕਹਿੰਦੇ ਸੀਗੇ ਮੋਦੀ ਹੋਣੀ ਕਿ ਇਹ ਤਾਂ ਗੰਗਾ ਮਈਆ ਵਰਗੇ ਪਵਿੱਤਰ ਨੇ, ਗੰਗਾ ਜਲ ਵਰਗੇ ਪਵਿੱਤਰ ਨੇ ਕਾਨੂੰਨ, ਉਹਨਾਂ ਨੂੰ ਮੰਨਣਾ ਪਿਆ ਕਿ ਵਾਕਿਆ ਹੀ ਗੜਬੜਾਂ ਹੈਗੀਆਂ ਨੇ ਤੇ ਉਹਨਾਂ ਗੜਬੜਾਂ ਦੇ ਕਰਕੇ ਉਹਨਾਂ ਕਾਨੂੰਨਾਂ ਦੇ ਵਿੱਚ ਸੋਧ ਹੋ ਜਾਣੀ ਚਾਹੀਦੀ। ਤੋ ਜੇਕਰ ਅਸੀਂ ਇਹਨਾਂ ਲੀਡਰਾਂ ਨੂੰ, ਮੰਤਰੀਆਂ ਨੂੰ ਕਾਇਲ ਕਰ ਸਕਦੇ ਹਾਂ, ਜੇ ਟੈਲੀਵਿਜ਼ਨ ਦੀਆਂ ਡਿਬੇਟਸ ਦੇ ਵਿੱਚ ਅਸੀਂ ਇਹਨਾਂ ਬਿੱਲਾਂ ਦੇ ਹਮਾਇਤੀਆਂ ਨੂੰ ਬਾਣੀ ਪਾ ਸਕਦੇ ਹਾਂ, ਤਾਂ ਜਿਹੜੇ ਸੁਪਰੀਮ ਕੋਰਟ ਵੱਲੋਂ ਕਮੇਟੀ ਬਣਾਈ ਹੋਵੇ ਉਹਦੇ ਸਾਹਮਣੇ ਵੀ ਪੇਸ਼ ਹੋਣ ਤੋਂ ਮੁਕਰਨਾ ਨਹੀਂ ਚਾਹੀਦਾ, ਭੱਜਣਾ ਨਹੀਂ ਚਾਹੀਦਾ। ਸਿਆਣੇ ਤੇ ਸੂਝਵਾਨ ਚੰਗੇ ਜਿਨ੍ਹਾਂ ਨੇ ਇਸ ਕਾਲੇ ਕਾਨੂੰਨਾਂ ਦੇ ਉੱਤੇ ਪੂਰਾ ਧਿਆਨ ਦਿੱਤਾ ਹੋਇਆ, ਉਹ ਬੰਦੇ ਪੇਸ਼ ਹੋਣ। ਸਗਾਂ ਤੇ ਇੰਨੇ ਜ਼ਿਆਦਾ
ਜੇਕਰ ਸਰਕਾਰ ਨਕਲੀ ਕਿਸਾਨ ਜਥੇਬੰਦੀਆਂ ਪੈਦਾ ਕਰ ਸਕਦੀ ਹੈ ਤਾਂ ਸਾਨੂੰ ਵੀ ਚਾਹੀਦਾ ਕਿ ਅੱਡ-ਅੱਡ ਤਰ੍ਹਾਂ ਦੇ ਲੋਕ, ਪੋਲੀਟੀਕਲ ਲੋਕ, ਆਥਰ ਜਿਹੜੇ ਲਿਖਾਰੀ ਨੇ, ਜਿਹੜੇ ਬੁੱਧੀਜੀਵੀ ਨੇ, ਅੱਡ-ਅੱਡ ਜਿਹੜੇ ਥਾਟ ਪ੍ਰੋਸੈਸ ਨੂੰ ਚਲਾਉਣ ਵਾਲੇ ਲੋਕ ਨੇ, ਇੰਨੀ ਵੱਡੀ ਗਿਣਤੀ ਵਿੱਚ ਲਿਖਤੀ ਤੌਰ ਤੇ ਆਪਦਾ ਪੱਖ ਜਿਹੜਾ ਹੈਗਾ ਉਹ ਦਿੱਤਾ ਜਾਵੇ ਕਿ ਜਦੋਂ ਉਹ ਕਮੇਟੀ ਜੇ ਚਾਹੁੰਦੀ ਵੀ ਹੋਵੇ ਕਿ ਅਸੀਂ ਇਹਦੇ ਹੱਕ ਵਿੱਚ ਰਿਪੋਰਟ ਦੇਣੀ ਆ ਕਾਲੇ ਕਾਨੂੰਨਾਂ ਦੇ, ਤਾਂ ਉਸ ਮੌਕੇ ਉਹਨਾਂ ਦੇ ਹੱਥ ਵਿੱਚ ਜਿਹੜੀ ਫਾਈਲ ਪਈ ਹੋਵੇ ਉਹਦੇ ਵਿੱਚ 80-90% ਲੋਕਾਂ ਦਾ ਲਿਖਤੀ ਤੌਰ ਤੇ ਮਟੀਰੀਅਲ ਅੱਡ-ਅੱਡ ਧਿਰਾਂ ਦਾ ਇਹ ਹੋਵੇ ਵੀ ਜੇ ਉਹਨਾਂ ਕੋਲੇ 100 ਜਥੇਬੰਦੀਆਂ ਪੇਸ਼ ਹੋਈਆਂ ਹੋਣ ਤਾਂ 80-90 ਜਥੇਬੰਦੀਆਂ ਜਿਹੜੀਆਂ ਨੇ ਉਹ ਕਾਲੇ ਕਾਨੂੰਨਾਂ ਦੇ ਖਿਲਾਫ ਉਹਨਾਂ ਨੂੰ ਦੇ ਕੇ ਆਈਆਂ ਹੋਈਆਂ ਹੋਣ। ਤੋ ਇਹ ਕਾਲੇ ਕਾਨੂੰਨਾਂ ਦੇ ਬਾਰੇ ਜਿਹੜੀ ਸੁਪਰੀਮ ਕੋਰਟ ਵੱਲੋਂ ਕਮੇਟੀ ਬਣਾਈ ਜਾਣੀ ਆ ਜਾਂ ਬਣੀ ਹੋਈ ਆ, ਜੇ ਉਹ ਵਰਕ ਕਰਦੀ ਆ, ਉਹਦੇ ਕੋਲ ਵੀ ਜਾਣ ਤੋਂ ਭੱਜਣ ਦਾ ਕੋਈ ਕਾਰਨ ਨਹੀਂ। ਤੇ ਜਿਹੜੇ ਤੋਮਰ ਹੁਣਾਂ ਨਾਲ ਮੀਟਿੰਗਾਂ ਨੇ ਉਹ ਤੋਂ ਵੀ ਮੁੱਕਰਨ ਦਾ ਕੋਈ ਕਾਰਨ ਨਹੀਂ। ਇਸ ਤੋਂ ਅਗਲੀ ਗੱਲ ਇਹ ਹੈ ਕਿ 26 ਜਨਵਰੀ ਦਾ ਬੜਾ ਪੁਆੜਾ ਪਿਆ ਹੋਇਆ ਕਿ 26 ਜਨਵਰੀ ਨੂੰ ਭਾਰਤੀ ਹਾਕਮ ਹਰ ਸਾਲ ਆਪਦਾ ਸ਼ਕਤੀ ਪ੍ਰਦਰਸ਼ਨ ਕਰਦੇ ਆ, ਉੱਥੇ ਝੰਡਾ ਵੀ ਝੁਲਾਇਆ ਜਾਂਦਾ ਤੇ ਬੜਾ ਕੁਝ ਹੁੰਦਾ। ਹਰ ਵਾਰੀ ਦੂਜਿਆਂ ਮੁਲਕਾਂ ਦੇ VIP ਜਿਹੜੇ ਨੇ ਉਹਨਾਂ ਨੂੰ ਸੱਦ ਕੇ ਇੱਥੇ ਵਿਸ਼ੇਸ਼ ਤੌਰ ਦੇ ਉੱਤੇ ਉਹਨਾਂ ਦੇ ਸਾਹਮਣੇ ਪਰੇਡ ਕੀਤੀ ਜਾਂਦੀ ਹੈ। ਪਰ ਇਸ ਵਾਰ ਇੰਗਲੈਂਡ ਵਾਲਿਆਂ ਨੇ ਤਾਂ ਜਵਾਬ ਦੇ ਦਿੱਤਾ, ਕਿਸੇ ਹੋਰ ਮੁਲਕ ਦੇ ਕਿਸੇ ਸੱਜਣ ਨੂੰ, ਰਾਸ਼ਟਰਪਤੀ ਨੂੰ ਬੁਲਾਇਆ, ਕੰਮ ਸਾਰ ਨੂੰ ਫਿਰਦੇ ਆ। ਪਰ ਜਿਸ ਤਰੀਕੇ ਦਾ 26 ਜਨਵਰੀ ਦਾ ਮਾਹੌਲ ਆ ਉਸ ਬਾਰੇ ਬੜੇ ਤਰ੍ਹਾਂ ਦੇ ਵਿਚਾਰ ਜਿਹੜੇ ਆ ਉਹ ਚਰਚਾ ਵਿੱਚ ਨੇ। ਇੱਕ ਇਹ ਚੱਲ ਰਿਹਾ ਕਿ ਅਸੀਂ ਤਿਰੰਗੇ ਨਹੀਂ ਲਾਉਣੇ, ਕਿਉਂਕਿ ਇਹ ਆਇਆ ਸੀਗਾ ਕਿ ਟਰੈਕਟਰਾਂ ਉੱਤੇ ਆਪਾਂ ਉੱਥੇ ਪਰੇਡ ਕਰਨੀ ਆ ਤੇ ਝੰਡੇ ਲਾਉਣੇ ਆ ਤਿਰੰਗੇ। ਸੋ ਬਹੁਤੇ ਲੋਕਾਂ ਨੇ ਕਿਹਾ ਕਿ ਤਿਰੰਗੇ ਝੰਡੇ ਨਹੀਂ ਲਾਉਣੇ। ਤੋ ਚੰਗੀ ਗੱਲ ਆ ਕਿ ਹੁਣ ਤਕਰੀਬਨ ਇਹ ਹੋ ਗਿਆ ਕਿ ਜੇ ਟਰੈਕਟਰਾਂ ਤੇ ਰੈਲੀ ਕਰਨੀ ਆ ਤਾਂ ਉੱਥੇ ਆਪਾਂ ਆਪਦੇ ਖਾਲਸਾਈ ਨਿਸ਼ਾਨ ਸਾਹਿਬ, ਖਾਲਸਾਈ ਝੰਡੇ ਤੇ ਕਿਸਾਨ ਯੂਨੀਅਨਾਂ ਦੇ ਝੰਡੇ ਜਿਹੜੇ ਨੇ ਵੀ ਉਹ ਲੱਗ ਜਾਣਗੇ। ਇਹ ਬੜੀ ਵਧੀਆ ਗੱਲ ਆ, ਚੰਗੀ ਗੱਲ ਆ। ਤੀਜੀ ਗੱਲ ਆ ਜਿਹੜੀ ਉਹ ਇਹ ਹੈ ਕਿ ਜਦੋਂ ਇਹ ਅਦਾਲਤ ਵਿੱਚ, ਸੁਪਰੀਮ ਕੋਰਟ ਦੇ ਵਿੱਚ ਗੱਲ ਚੱਲੀ ਕਿ ਜੀ ਉੱਥੇ ਕਿਸਾਨ ਯੂਨੀਅਨਾਂ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਪਰੇਡ ਮੌਕੇ ਕੋਈ ਖੱਲਰਬਾਜੀ ਨਾ ਪਾ ਦੇਣ, ਕੋਈ ਆਹ ਨਾ ਹੋ ਜੇ, ਉਹ ਨਾ ਹੋ ਜੇ, ਤੇ ਉਹ ਚੀਜ਼ ਦੇ ਉੱਤੇ ਚਰਚਾ ਅੱਗੇ ਚੱਲਦੀ ਹੁਣ ਇੱਥੋਂ ਤੱਕ ਆ ਗਈ ਆ ਕਿ ਖਦਸ਼ਾ ਇਹ ਪ੍ਰਗਟਾਇਆ ਜਾ ਰਿਹਾ ਕਿ ਸਰਕਾਰ ਵੱਲੋਂ ਜਾਂ ਤਾਂ 26 ਜਨਵਰੀ ਦਾ ਸਾਰਾ ਪ੍ਰੋਗਰਾਮ ਹੀ ਰੱਦ ਹੋ ਸਕਦਾ, ਜਾਂ ਇਹ ਹੋ ਸਕਦਾ ਕਿ ਕਿਸਾਨ ਯੂਨੀਅਨਾਂ ਦੇ ਉੱਤੇ ਪਾਬੰਦੀ ਲੱਗ ਜਾਵੇ, ਤੇ ਜਾਂ ਇਹ ਹੋ ਸਕਦਾ ਕਿ ਜੇਕਰ ਅਦਾਲਤ ਵੱਲੋਂ ਕੋਈ ਇਹਨਾਂ ਨੂੰ ਰਾਹ ਮਿਲ ਵੀ ਗਿਆ ਜਾਣ ਦਾ ਤਾਂ ਕਿਸਾਨ ਯੂਨੀਅਨਾਂ ਵਾਲੇ ਜਦੋਂ ਜਾ ਰਹੇ ਹੋਣਗੇ ਇਸ ਪਰੇਡ ਦੇ ਵਿੱਚ ਟਰੈਕਟਰਾਂ ਦੇ ਉੱਤੇ ਆਪਦਾ ਪੱਖ ਰੱਖਣ ਦੇ ਲਈ, ਤਾਂ ਪੁਲਿਸ ਪ੍ਰਸ਼ਾਸਨ ਨੂੰ ਹਦਾਇਤ ਕਰਕੇ ਇਹਨਾਂ ਨੂੰ ਰੋਕਣ ਦਾ ਯਤਨ ਸਰਕਾਰ ਕਰ ਸਕਦੀ ਆ, ਤੇ ਉੱਥੇ ਬੈਰੀਕੇਡ ਲਾ ਕੇ ਜੇ ਅੰਦਰ ਟਕਰਾਅ ਹੋ ਗਿਆ ਤਾਂ ਮੰਦਭਾਗੇ ਹਾਲਾਤ ਬਣਨ ਦਾ ਅਸਾਰ ਪੂਰਾ ਬਣ ਸਕਦਾ। ਕਹਿਣ ਤੋਂ ਭਾਵ ਇਹ ਕਿ 26 ਜਨਵਰੀ ਵਾਲੇ ਦਿਨ ਵੀ ਇਹ ਪਵਾੜਾ ਪੈਣ ਦੀ ਪੂਰੀ ਸੰਭਾਵਨਾ ਮੰਨੀ ਜਾ ਰਹੀ ਆ ਕਿ ਸਰਕਾਰ ਜਿਹੜੀ ਆ ਉਹ ਰੁਕੇਗੀ ਕਿ ਅੰਦਰ ਟਰੈਕਟਰਾਂ ਨੂੰ ਨਹੀਂ ਜਾਣ ਦੇਣਾ, ਅਸੀਂ ਪਰੇਡ ਨਹੀਂ ਕਰਨ ਦੇਣੀ ਤੁਹਾਨੂੰ। ਤੇ ਇਹ ਜਿਹੜੇ ਕਿਸਾਨ ਯੂਨੀਅਨ ਦੇ ਸੱਦੇ ਉੱਤੇ ਟਰੈਕਟਰ ਰੈਲੀ ਵਾਲੇ ਨੇ ਇਹ ਕਹਿਣਗੇ ਅਸੀਂ ਜਾਣਾ ਲਾਜ਼ਮੀ ਆ। ਜਿਸ ਤਰੀਕੇ ਦਾ ਮਾਹੌਲ ਸੋਸ਼ਲ ਮੀਡੀਆ ਤੇ ਬਣਿਆ ਹੋਇਆ ਉਹ ਬਿਲਕੁਲ ਉਵੇਂ ਆ ਜਿਵੇਂ ਉਦੋਂ 26-27 ਨਵੰਬਰ ਨੂੰ BJP ਦੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਿਹੜੇ ਸੀ ਉਹ ਤਾਂ ਕਹਿੰਦੇ ਸੀਗੇ ਕਿ ਅਸੀਂ ਜਿੱਥੇ ਸਾਨੂੰ ਰੋਕਣਗੇ ਉੱਥੇ ਬਹਿ ਜਾਾਂਗੇ, ਪਰ ਜਿਹੜਾ ਆਮ ਜਜ਼ਬਾਤੀ ਹੋਇਆ ਇਸ ਸੰਘਰਸ਼ ਦਾ ਹਮਾਇਤੀ ਕਿਸਾਨ ਵਰਗ ਹੈ ਉਹਨੇ ਕਿਹਾ ਕਿ ਨਹੀਂ, ਅਸੀਂ ਤਾਂ ਦਿੱਲੀ ਜਾਣ ਦਾ ਹੁਕਮ ਜਿਹੜਾ ਹੈ ਕਿਸਾਨ ਯੂਨੀਅਨਾਂ ਦਾ ਫੈਸਲਾ ਇਹਨੂੰ ਨੇਪਰੇ ਚੜਾਵਾਂਗੇ। ਅੱਜ ਤੱਕ ਵੀ ਇਹ ਚਰਚਾ ਚੱਲ ਰਹੀ ਆ ਕਿ ਜੇ ਕਿਤੇ ਉਦਣ
ਆਪ ਮੁਹਾਰੇ ਲੋਕ ਉਹਨਾਂ ਬੈਰੀਕੇਡਾਂ ਨੂੰ ਨਾ ਭੰਨਦੇ ਤੇ ਹਰਿਆਣੇ ਵਾਲੇ ਸਾਥ ਨਾ ਦਿੰਦੇ ਤਾਂ ਸ਼ਾਇਦ ਪੰਜਾਬ ਦੇ ਬਾਰਡਰਾਂ ਤੇ ਪੁਆੜਾ ਪਿਆ ਹੋਣਾ ਸੀ। ਪਰ ਕਿਉਂਕਿ ਉਸ ਦਿਨ ਲੋਕਾਂ ਦਾ ਜੋਸ਼ ਇੰਨਾ ਠਾਠਾਂ ਮਾਰ ਰਿਹਾ ਸੀਗਾ ਬਈ ਇਹ ਸਾਰੇ ਜਿਹੜੇ ਭੰਨ ਤੋੜ ਕੇ ਲੋਕ ਲੰਘ ਗਏ, ਦਿੱਲੀ ਪਹੁੰਚ ਗਏ। ਹੁਣ ਵੀ 26 ਜਨਵਰੀ ਨੂੰ ਵੀ ਇਸ ਤਰੀਕੇ ਦੇ ਹਾਲਾਤਾਂ ਤੋਂ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਨਾ ਹੋਵੇ, ਕਿਉਂਕਿ ਜਿਹੜੀਆਂ ਇਸ ਵੇਲੇ ਬਹੁਤ ਸਾਰੀਆਂ ਲੋਕਾਂ ਨੇ ਸੋਸ਼ਲ ਮੀਡੀਆ ਉੱਤੇ ਆਪਣੀਆਂ ਤਿਆਰੀਆਂ ਦੇ ਪਾਏ ਨੇ ਕਿ ਉੱਥੇ ਟਰੈਕਟਰਾਂ ਦੇ ਉੱਤੇ ਬਹੁਤ ਕੁਝ ਲਾਇਆ ਜਾ ਰਿਹਾ, ਬੈਰੀਕੇਡ ਭੰਨਣ ਵਾਲਾ। ਲੋਕਾਂ ਨੂੰ ਅਸਲ ਵਿੱਚ ਜਨੂਨ ਇੰਨਾ ਜ਼ਿਆਦਾ ਕਿ ਇਹ ਕਾਲੇ ਕਾਨੂੰਨ ਰੱਦ ਕਰਵਾਉਣੇ ਆ, ਉਹ ਕੋਈ ਪਰਵਾਹ ਨਹੀਂ ਕਰ ਰਹੇ ਕੇਸਾਂ ਕੂਸਾਂ ਦੀ। ਜਦੋਂ ਆਮ ਧਰਨੇ ਮੁਜ਼ਾਹਰੇ ਹੁੰਦੇ ਆ ਤਾਂ ਪਾਣੀ ਵਾਲੀ ਤੋਪ ਜਿਹੜੀ ਆ ਉਹ ਚੱਲਦੀ ਆ, ਪਰ ਇਸ ਵਾਰੀ ਪਾਣੀ ਵਾਲੀ ਤੋਪ ਨੂੰ ਚਾਹੇ ਉਹ ਹਰਿਆਣੇ ਦੇ ਵਿੱਚ ਨਵਦੀਪ ਸਿੰਘ ਦੀ ਗੱਲ ਆ ਜਾਂ ਉਧਰ ਯੂਪੀ ਵਾਲੇ ਪਾਸੇ ਉਤਰਾਂਚਲ ਵਾਲੇ ਪਾਸੇ ਵੀ ਭਾਣਾ ਵਾਪਰਿਆ, ਸਮਝਿਆ ਹੀ ਕੁਛ ਨਹੀਂ। ਤੋ ਕਿਸਾਨ ਜਿਹੜੀ ਕਿਸਾਨੀ ਨਾਲ ਸੰਬੰਧਿਤ ਬਹੁਤ ਸਾਰੇ ਪੁਲਿਸ ਮੁਲਾਜ਼ਮ ਨੇ ਉਹ ਵੀ ਉਵੇਂ ਨਹੀਂ ਕੁਛ ਕਰਾ ਰਹੇ, ਪਰ ਜੇਕਰ ਉੱਪਰੋਂ ਡੰਡਾ ਚੜਿਆ ਤੇ ਫਿਰ ਜਿਹੜਾ ਹੈਗਾ ਮਾਹੌਲ ਦੇ ਵਿੱਚ ਗੜਬੜ ਆਉਣ ਦੀ ਸੰਭਾਵਨਾ। ਤੇ ਜੇਕਰ ਇਹੋ ਜਿਹੇ ਮਾਹੌਲ ਵਿੱਚ ਲਾਠੀ ਚਾਰਜ, ਗੋਲੀ ਚੱਲ ਜਾਵੇ, ਅਥਰੂ ਗੈਸ ਦੇ ਗੋਲਿਆਂ ਤੋਂ ਗੱਲ ਅੱਗੇ ਵੱਧ ਜਾਵੇ, ਤਾਂ ਜੇਕਰ 4 ਜਿਹੜੀਆਂ ਲਾਸ਼ਾਂ ਡਿੱਗ ਪਈਆਂ, ਕਿਉਂਕਿ ਪਤਾ ਨਹੀਂ ਹੁੰਦਾ ਮਾਹੌਲ ਦਾ, ਫਿਰ ਇਸ ਮਾਹੌਲ ਦੇ ਵਿੱਚ ਹੋਰ ਜ਼ਿਆਦਾ ਖਰਾਬਾ ਹੋਏਗਾ। ਸੋ ਜਿਹੜਾ 26 ਜਨਵਰੀ ਵਾਲਾ ਪੁਆੜਾ ਉਹ ਬਹੁਤ ਖਤਰਨਾਕ ਆ ਤੇ ਇਸ ਗੱਲ ਨੂੰ ਲੈ ਕੇ ਸਾਰੇ ਪਾਸੇ ਚਿੰਤਾ ਦਾ ਇਜ਼ਹਾਰ ਹੋ ਰਿਹਾ। ਹਾਲਾਤ ਪਲ ਪਲ ਨਾਜ਼ੁਕ ਹੁੰਦੇ ਜਾ ਰਹੇ ਨੇ ਤੇ ਬੀਜੇਪੀ ਦੇ ਆਗੂ ਜਿਹੜੇ ਨੇ ਉਹ ਇਸ ਹੈਂਕੜ ਵਿੱਚ ਕਿ ਸਾਡੇ ਕੋਲੇ ਸਰਕਾਰ ਆ, ਸਾਨੂੰ 4-5 ਸਾਲ ਕੋਈ ਹਿਲਾ ਨਹੀਂ ਸਕਦਾ, ਸਾਡੇ ਕੋਲੇ ਪੂਰਨ ਬਹੁਮਤ ਵਾ, ਸਾਡੀ ਸਰਕਾਰ ਡਿੱਗ ਨਹੀਂ ਸਕਦੀ, ਉਹ ਬੇਪਰਵਾਹ ਹੋ ਕੇ ਇਹੋ ਜਿਹੀਆਂ ਟਿੱਪਣੀਆਂ ਕਰ ਰਹੇ ਨੇ, ਇਹੋ ਜਿਹੀਆਂ ਗੱਲਾਂ ਕਰ ਰਹੇ ਨੇ ਜਿਹੜੀਆਂ ਆਮ ਬੰਦੇ ਲਈ ਬੜੀਆਂ ਔਖੀਆਂ ਨਜ਼ਰਨੀਆਂ। ਸਰਜੀਤ ਕੁਮਾਰ ਜਿਆਣੀ, ਹੰਸਰਾਜ ਹੰਸ, ਹਰਜੀਤ ਗਰੇਵਾਲ, ਵਿਨੀਤ ਜੋਸ਼ੀ, ਇਹ ਤਾਂ ਪੰਜਾਬ ਦੇ ਨਾਲ ਸੰਬੰਧਿਤ ਹੋਣ ਕਰਕੇ ਇਹਨਾਂ ਦੀਆਂ ਟਿੱਪਣੀਆਂ ਤਾਂ ਬੇਹੱਦ ਭੈੜੀਆਂ ਲੱਗਦੀਆਂ ਹੀ ਨੇ। ਪਰ ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਵੀ ਭਾਜਪਾ ਦੇ ਆਗੂ ਜਿਹੜੇ ਨੇ ਉਹ ਇਸ ਸੰਘਰਸ਼ ਦੇ ਵਿੱਚ ਸ਼ਾਮਲ ਲੋਕਾਂ ਦੇ ਜਜ਼ਬਾਤਾਂ ਨਾਲ ਖੇਡ ਰਹੇ। ਸੋ ਦੋਨਾਂ ਪੱਖਾਂ ਤੋਂ ਇਹ ਜਿਹੜੀ ਸਥਿਤੀ ਆ ਬੜੀ ਖਤਰਨਾਕ ਆ। ਖੇਤੀ ਕਾਨੂੰਨਾਂ ਦੇ ਕੱਟੜ ਸਮਰਥਕਾਂ ਦੀ ਗਿਣਤੀ ਭਾਵੇਂ ਥੋੜੀ ਆ, ਪਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਣ ਕਰਕੇ ਕਈ ਜਿਹੜੇ ਹਿੰਦੂ ਕੱਟੜਪੰਥੀ ਪੰਜਾਬ ਦੇ ਵਿੱਚ ਪਹਿਲਾਂ ਵੀ ਸਿੱਖ ਜਜ਼ਬਾਤਾਂ ਨੂੰ ਲਾਂਬੂ ਲਾਉਂਦੇ ਰਹੇ ਆ, ਉਹਨਾਂ ਨੇ ਵੀ ਐਲਾਨ ਕਰਤੇ ਆ ਕਿ ਅਸੀਂ 26 ਜਨਵਰੀ ਨੂੰ ਇਹ ਕਰਾਂਗੇ, ਉਹ ਕਰਾਂਗੇ। ਸੋ ਇਸ ਵਾਰ 26 ਜਨਵਰੀ ਜਿਹੜੀ ਆ ਉਹ ਸੁੱਖੀ ਸਾਂਦੀ ਲੰਘੂ ਕਿ ਨਹੀਂ, ਇਹ ਖਦਸ਼ਾ ਪਲ ਪਲ ਵੱਧ ਰਿਹਾ। ਸੋ ਅਸੀਂ ਤਾਂ ਇਹੀ ਅਰਦਾਸ ਕਰਾਂਗੇ ਕਿ ਸੰਘਰਸ਼ ਨੂੰ ਕਾਮਯਾਬੀ ਮਿਲੇ ਤੇ ਭਾਜਪਾ ਨੂੰ, ਭਾਗਵੇਂ ਬ੍ਰਿਗੇਡ ਨੂੰ, ਮੋਦੀ ਸਰਕਾਰ ਨੂੰ ਆਪਦੀ ਗਲਤੀ ਦਾ ਅਹਿਸਾਸ ਹੋਵੇ ਤੇ ਇਸ ਸਾਰੇ ਚੱਕਰ ਦੇ ਵਿੱਚ ਕਿਸੇ ਵੀ ਬੰਦੇ ਦਾ ਕੋਈ ਨੁਕਸਾਨ ਨਾ ਹੋਵੇ। ਪਰ ਸਾਡੀਆਂ ਸ਼ੁਭ ਇਛਾਵਾਂ ਜਾਂ ਸਾਡੇ ਵੱਲੋਂ ਚੰਗਾ ਚੰਗਾ ਸੋਚਣ ਦੇ ਨਾਲ ਕੁਛ ਨਹੀਂ ਹੁੰਦਾ। ਹਕੀਕਤ ਵਿੱਚ ਸਾਰੀ ਜਿਹੜੀ ਗੱਲਬਾਤ ਹੈ ਉਹ ਮੋਦੀ ਸਰਕਾਰ ਦੇ ਹੱਥ ਵਿੱਚ ਆ ਤੇ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦੇ ਸਾਹਮਣੇ ਆਪਦੇ ਆਪ ਨੂੰ ਪੂਰੀ ਤਰ੍ਹਾਂ ਸੋਲਡ ਆਊਟ ਕੀਤਾ ਹੋਇਆ। ਉਹ ਪੂਰੀ ਤਰ੍ਹਾਂ ਵਿਕੇ ਹੋਏ ਨੇ। ਉਹਨਾਂ ਨੂੰ ਇਉਂ ਲੱਗਦਾ ਕਿ ਜੇਕਰ ਅਸੀਂ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਵਾਲੇ ਪਾਸੇ ਤੁਰੇ ਤੇ ਪਤਾ ਨਹੀਂ ਕਿੰਨੀ ਕੁ ਵੱਡੀ ਸਾਤੋਂ ਗੁਨਾਹ ਹੋ ਜਾਣਾ। ਸੋ ਉਹ ਅੜੇ ਹੋਏ ਨੇ ਤੇ ਕਿਸਾਨ ਯੂਨੀਅਨਾਂ ਜਿਹੜੀਆਂ ਨੇ ਜਾਂ ਭਾਰਤ ਦੇ ਸਮੁੱਚੇ ਆਮ ਲੋਕ ਜਿਹੜੇ ਆ ਉਹਨਾਂ ਨੂੰ ਗੱਲ ਦੀ ਸਮਝ ਲੱਗ ਚੁੱਕੀ ਆ। ਉਹ ਇਹਨਾਂ ਕਾਨੂੰਨਾਂ ਨੂੰ ਕਦੇ ਬਰਦਾਸ਼ਤ ਨਹੀਂ ਕਰ ਸਕਦੇ। ਸੋ ਪਲ ਪਲ ਹਾਲਾਤ ਜਿਹੜੇ ਆ ਉਹ ਵਿਗੜਦੇ ਜਾ ਰਹੇ ਨੇ ਤੇ ਇਸ ਸਥਿਤੀ ਵਿੱਚ ਸਾਡੀ ਚਿੰਤਾ ਇਹ ਹੈ ਕਿ ਅਸੀਂ 1978 ਤੋਂ ਇੱਕ ਬੜਾ ਵੱਡਾ ਸੰਘਰਸ਼ ਲੜ ਰਹੇ ਹਾਂ ਤੇ ਉਸ ਸੰਘਰਸ਼ ਦਾ ਕੇਂਦਰੀ ਨੁਕਤਾ ਖਾਲਿਸਤਾਨ ਬਣ ਚੁੱਕਿਆ। ਹੁਣ ਵੀ ਇਸ ਸੰਘਰਸ਼ ਵਿੱਚ ਖਾਲਿਸਤਾਨ ਦੀ ਚਰਚਾ ਹੋਣੀ ਸੁਭਾਵਿਕ ਹੈ। ਕੋਈ ਚਾਹਵੇ ਨਾ ਚਾਹਵੇ ਖਾਲਿਸਤਾਨ ਦੀ ਚਰਚਾ ਹੁੰਦੀ ਹੀ ਰਹਿਣੀ ਹੈ, ਹੋਣੀ ਹੈ, ਹੁਣ ਵੀ ਹੋ ਰਹੀ ਹੈ। ਤੇ ਜਦੋਂ ਵੀ ਕੋਈ
ਐਕਸ਼ਨ ਸਟੇਟ ਵੱਲੋਂ ਹੋਏਗਾ ਉਹਦਾ ਰਿਐਕਸ਼ਨ ਆਏਗਾ, ਤੇ ਰਿਐਕਸ਼ਨ ਜਿਹੜਾ ਹੈ ਉਹ ਵਾਇਲੈਂਟ ਵੀ ਹੋ ਸਕਦਾ, ਉਹ ਨਾਨ ਵਾਇਲੈਂਟ ਵੀ ਹੋ ਸਕਦਾ, ਹਿੰਸਾ ਵੀ ਹੋ ਸਕਦੀ ਆ। ਸੋ ਆਉਣ ਵਾਲੇ ਦਿਨ ਜਿਹੜੇ ਨੇ ਉਹ ਸਾਡੇ ਪੰਜਾਬ ਦੀ ਧਰਤੀ ਲਈ ਬੇਹੱਦ ਸੰਵੇਦਨਸ਼ੀਲ ਨੇ। 26 ਜਨਵਰੀ ਕਿਹੋ ਜਿਹਾ ਰੰਗ ਢੰਗ ਦਿਖਾਉਂਦੀ ਆ ਇਹ ਦੇਖਣ ਵਾਲਾ ਹੋਊਗਾ। ਕੱਲ੍ਹ ਵਾਲੀ ਮੀਟਿੰਗ ਹੋਰ ਵੀ ਜ਼ਿਆਦਾ ਇਸ ਪਿੱਠ ਭੂਮੀ ਵਿੱਚ ਅਹਿਮ ਹੋ ਗਈ ਹੈ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।